kids. ਬਾਲ ਕ੍ਰਿਸ਼ਨ ਬਣੇ ਰੋਬੋਟ। ਬੰਟੂ ਨਾਮ ਦਾ ਇੱਕ ਮੁੰਡਾ ਸੀ। ਉਹ ਬਾਲ ਕ੍ਰਿਸ਼ਨ ਨੂੰ ਬੜਾ ਹੀ ਪਿਆਰ ਕਰਦਾ ਸੀ। ਉਹ ਹਮੇਸ਼ਾ ਬਾਲ ਕ੍ਰਿਸ਼ਨ ਨੂੰ ਬੇਨਤੀ ਕਰਦਾ ਸੀ, ਹੇ ਭਗਵਾਨ, ਮੈਂ ਤੁਹਾਨੂੰ ਕਿੰਨੇ ਦਿਨਾਂ ਤੋਂ ਬੇਨਤੀ ਕਰਦਾ ਪਿਆ ਹਾਂ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਤੁਹਾਡੀ ਕਹਾਣੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ। ਦਾਦੀ ਮੈਨੂੰ ਹਮੇਸ਼ਾ ਤੁਹਾਡੇ ਚਮਤਕਾਰਾਂ ਦੇ ਬਾਰੇ ਦੱਸਦੀ ਹੈ। ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ। ਬੰਟੂ ਦੇ ਮੰਮੀ ਡੈਡੀ ਤੇ ਉਹਦੀ ਦਾਦੀ ਨੇ ਉਹਨੂੰ ਚੰਗੇ ਸੰਸਕਾਰ ਸਿਖਾਏ ਸਨ। ਉਹ ਬੜਾ ਹੀ ਸੰਸਕਾਰੀ ਬੱਚਾ ਸੀ, ਪਰ ਕਦੀ-ਕਦੀ ਕ੍ਰਿਸ਼ਨ ਦੇ ਨਾ ਮਿਲਣ ਕਰਕੇ ਉਹ ਦੁਖੀ ਹੋ ਜਾਂਦਾ ਸੀ। ਬੰਟੂ ਬੇਟਾ, ਜੇ ਦਿਲ ਵਿੱਚ ਤਾਂਗ ਸੱਚੀ ਹੈ ਨਾ, ਤੇ ਇੱਕ ਦਿਨ ਬਾਲ ਕ੍ਰਿਸ਼ਨ ਤੈਨੂੰ ਜ਼ਰੂਰ ਮਿਲਣਗੇ। ਬੰਟੂ, ਬਸ ਆਪਣੀ ਸ਼ਰਧਾ ਏਦਾਂ ਹੀ ਬਣਾਈ ਰੱਖੀ, ਉਹ ਤੇਰੇ ਉੱਪਰ ਜ਼ਰੂਰ ਪ੍ਰਸੰਨ ਹੋਣਗੇ। ਹਲੋ ਬੰਟੂ, ਤੇਰਾ ਜਨਮ ਦਿਨ ਆ ਰਿਹਾ ਨਾ, ਇਸ ਲਈ ਮੈਂ ਤੈਨੂੰ ਇੱਕ ਵੱਡਾ ਸਾਰਾ ਗਿਫਟ ਭੇਜ ਰਿਹਾ। ਤੈਨੂੰ ਬੜਾ ਪਸੰਦ ਆਊਗਾ। ਥੈਂਕ ਯੂ ਚਾਚਾ ਜੀ, ਪਰ ਮੈਨੂੰ ਬਾਲ ਕ੍ਰਿਸ਼ਨ ਦਾ ਖਿਡੌਣਾ ਚਾਹੀਦਾ ਸੀ। ਪਰ ਤੁਸੀਂ ਜੋ ਵੀ ਭੇਜੋਗੇ ਉਹ ਮੇਰੇ ਸਰ ਮਾਥੇ ਹੋਊਗਾ। ਧੰਨਵਾਦ ਚਾਚਾ ਜੀ। ਚਾਚਾ ਜੀ ਦਾ ਫੋਨ ਰੱਖ ਕੇ ਬੰਟੂ ਫੇਰ ਦਾਦੀ ਦੇ ਕੋਲ ਕਹਾਣੀ ਸੁਣਨ ਚਲਾ ਜਾਂਦਾ ਹੈ। ਦਾਦੀ ਦੀਆਂ ਕਹਾਣੀਆਂ ਦਾ ਅਸਰ ਬੰਟੂ ਉੱਪਰ ਚੰਗੀ ਤਰ੍ਹਾਂ ਹੋ ਗਿਆ ਸੀ। ਕੁਝ ਦਿਨਾਂ ਬਾਅਦ ਘਰ ਵਿੱਚ ਇੱਕ ਪਾਰਸਲ ਆਉਂਦਾ ਹੈ। ਹਾਂ, ਜ਼ਰੂਰ ਚਾਚਾ ਜੀ ਨੇ ਭੇਜਿਆ ਹੋਣਾ ਹੈ। ਹਾਂ, ਬੰਟੂ ਉਹ ਪਾਰਸਲ ਖੋਲਦਾ ਹੈ। ਉਹਦੇ ਵਿੱਚ ਇੱਕ ਵੱਡਾ ਸਾਰਾ ਰੋਬੋਟ ਹੁੰਦਾ ਹੈ। ਹੈਲੋ ਬੰਟੂ, ਕੀ ਹਾਲ ਨੇ? ਮੈਂ ਤੇਰਾ ਦੋਸਤ ਹਾਂ। ਮੈਨੂੰ ਆਪਣਾ ਦੋਸਤ ਬਣਾਏਂਗਾ? ਇਹ ਕਹਿ ਕੇ ਰੋਬੋਟ ਆਪਣਾ ਹੱਥ ਵਧਾਉਂਦਾ ਹੈ। ਫਿਰ ਬੰਟੂ ਵੀ ਉਹਦੇ ਨਾਲ ਹੱਥ ਮਿਲਾਉਂਦਾ ਹੈ। ਹੈਂ? ਤੂੰ ਤਾਂ ਬੋਲਣ ਵਾਲਾ ਰੋਬੋਟ ਹੈ ਨਾ? ਤੂੰ ਤੇ ਮੇਰੇ ਵਰਗੀ ਭਾਸ਼ਾ ਵੀ ਬੋਲਦਾ ਹੈ। ਮੈਨੂੰ ਤੇ ਕੁਝ ਪਲ ਦੇ ਲਈ ਇਹ ਲੱਗਿਆ ਕਿ ਮੈਂ ਕੋਈ ਸੁਪਨਾ ਵੇਖ ਰਿਹਾ। ਮੈਂ ਹੁਣੇ ਦਾਦੀ ਜੀ ਨੂੰ ਦੱਸਦਾ। ਨਹੀਂ ਬੰਟੂ, ਰੁਕ ਜਾ। ਕਿਸੇ ਨੂੰ ਕੁਝ ਨਾ ਦੱਸੀ, ਨਹੀਂ ਤਾਂ ਸਾਡੀ ਦੋਸਤੀ ਟੁੱਟ ਜਾਏਗੀ। ਅੱਛਾ ਰੋਬੋਟ, ਕੀ ਤੈਨੂੰ ਬਾਲ ਕ੍ਰਿਸ਼ਨ ਦੀ ਤਰ੍ਹਾਂ ਬੰਸਰੀ ਵਜਾਉਣੀ ਆਉਂਦੀ ਹੈ? ਉਦੋਂ ਹੀ ਰੋਬੋਟ ਬੰਸਰੀ ਲੈ ਕੇ ਬੜੀ ਸੁਰੀਲੀ ਜਿਹੀ ਧੁਨ ਵਜਾਉਣ ਲੱਗਦਾ ਹੈ। ਬੰਟੂ ਉਹਦੀ ਧੁਨ ਵਿੱਚ ਮਗਨ ਹੋ ਜਾਂਦਾ ਹੈ ਤੇ ਅੱਖਾਂ ਬੰਦ ਕਰ ਲੈਂਦਾ ਹੈ। ਜਿਵੇਂ ਹੀ ਅੱਖਾਂ ਬੰਦ ਕਰ ਲੈਂਦਾ ਹੈ, ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਵਰਿੰਦਾਵਨ ਵਿੱਚ ਪਹੁੰਚ ਗਿਆ ਹੈ। ਉੱਥੇ ਕ੍ਰਿਸ਼ਨ ਤੇ ਉਹਨਾਂ ਦੇ ਦੋਸਤ ਬੰਟੂ ਦੇ ਨਾਲ ਖੇਡਦੇ ਨੇ। ਫਿਰ ਬੰਸਰੀ ਵੱਜਣੀ ਰੁਕ ਜਾਂਦੀ ਹੈ। ਕਿੱਦਾਂ ਦੀ ਲੱਗੀ ਮੇਰੀ ਬੰਸਰੀ? ਬੜੀ ਸੁਰੀਲੀ ਸੀ, ਪਰ ਤੂੰ ਰੁਕ ਕਿਉਂ ਗਿਆ? ਮੈਂ ਤੇ ਵਰਿੰਦਾਵਨ ਪਹੁੰਚ ਗਿਆ ਸੀ। ਉੱਥੇ ਮੈਂ ਕ੍ਰਿਸ਼ਨ ਨੂੰ ਵੇਖਿਆ, ਮਧੂ ਨੂੰ ਵੇਖਿਆ, ਸੁਦਾਮਾ ਨੂੰ ਵੀ ਵੇਖਿਆ ਤੇ ਰਾਧਾ ਨੂੰ ਵੀ ਵੇਖਿਆ। ਕਿੰਨੀ ਸੋਹਣੀ ਥਾਂ ਸੀ ਵਰਿੰਦਾਵਨ ਦੀ। ਝਰਨੇ, ਪੰਛੀ ਉੱਥੋਂ ਉੜ ਰਹੇ ਸੀ। ਮਾਂ ਯਸ਼ੋਦਾ ਮੱਖਣ ਬਣਾਉਂਦੀ ਪਈ ਸੀ। ਓਹ ਹਾਂ, ਮੱਖਣ ਤੋਂ ਯਾਦ ਆਇਆ, ਮੈਨੂੰ ਬੜੀ ਜ਼ੋਰਾਂ ਦੀ ਭੁੱਖ ਲੱਗੀ ਹੈ। ਮੈਨੂੰ ਮੱਖਣ ਚਾਹੀਦਾ ਹੈ। ਅਰੇ, ਤੂੰ ਤਾਂ ਇੱਕ ਰੋਬੋਟ ਹੈ, ਤੂੰ ਕਿਸ ਤਰ੍ਹਾਂ ਖਾ ਸਕਦਾ ਹੈ? ਮੈਂ ਤੇਰਾ ਦੋਸਤ ਹਾਂ ਨਾ, ਇਸ ਲਈ ਮੇਰੀ ਗੱਲ ਤੈਨੂੰ ਮੰਨਣੀ ਪਵੇਗੀ। ਹੁਣ ਜਾ ਕੇ ਮੱਖਣ ਲੈ ਕੇ ਆ। ਵਾਹ ਵਾਹ ਬੰਟੂ, ਤੇਰੀ ਮਾਂ ਨੇ ਤਾਂ ਬੜਾ ਹੀ ਸਵਾਦ ਮੱਖਣ ਬਣਾਇਆ ਹੈ। ਬੜਾ ਮਜ਼ਾ ਆ ਗਿਆ। ਫਿਰ ਬੰਟੂ ਰੋਬੋਟ ਕੋਲੋਂ ਹੀ ਬਾਲ ਕ੍ਰਿਸ਼ਨ ਦੀਆਂ ਕਹਾਣੀਆਂ ਸੁਣਨ ਲੱਗ ਪਿਆ ਸੀ। ਦੋਵੇਂ ਮਿਲ ਕੇ YouTube ਉੱਪਰ ਬਾਲ ਕ੍ਰਿਸ਼ਨ ਦੇ ਸੀਰੀਅਲ ਵੇਖਦੇ ਨੇ। ਦੋਵੇਂ ਮਿਲ ਕੇ ਬਾਲ ਕ੍ਰਿਸ਼ਨ ਦੀਆਂ ਕਿਤਾਬਾਂ ਵੀ ਪੜ੍ਹਦੇ ਨੇ। ਬੰਟੂ ਨੂੰ ਖੁਸ਼ ਵੇਖ ਕੇ ਰੋਬੋਟ ਨੂੰ ਬੜੀ ਖੁਸ਼ੀ ਹੁੰਦੀ ਹੈ। ਬਾਲ ਕ੍ਰਿਸ਼ਨ ਦੀ ਇੱਕ ਕਹਾਣੀ ਪੜ੍ਹਦੇ ਪੜ੍ਹਦੇ ਬੰਟੂ ਸੋ ਜਾਂਦਾ ਹੈ ਤੇ ਬਾਲ ਕ੍ਰਿਸ਼ਨ ਬਣੇ ਰੋਬੋਟ ਨੂੰ ਯਸ਼ੋਦਾ ਮਾਂ ਦਾ ਬੁਲਾਵਾ ਆਉਂਦਾ ਹੈ। ਮੈਨੂੰ ਮਾਫ ਕਰ ਦੇ ਬੰਟੂ, ਮੈਨੂੰ ਜਾਣਾ ਪਵੇਗਾ। ਵਰਿੰਦਾਵਨ 'ਚ ਸਾਰੇ ਮੇਰੀ ਰਾਹ ਉਡੀਕਦੇ ਪਏ ਨੇ। ਜੇ ਮੈਂ ਨਹੀਂ ਗਿਆ ਤਾਂ ਮਾਂ ਮੈਨੂੰ ਝਿੜਕਣਗੀ। ਮੈਂ ਜਾ ਰਿਹਾ ਹਾਂ। ਪਰ ਦੋਸਤ, ਤੂੰ ਕੁਝ ਬੋਲਦਾ ਕਿਉਂ ਨਹੀਂ ਪਿਆ? ਖੜ ਜਾ। ਬੰਟੂ ਉਸ ਰੋਬੋਟ ਦਾ ਬਟਨ ਨੱਪਦਾ ਹੈ, ਪਰ ਉਹ ਆਮ ਖਿਡੌਣੇ ਵਾਂਗ ਤੁਰਨ ਲੱਗ ਪੈਂਦਾ ਹੈ। ਇੱਕ ਸਧਾਰਨ ਰੋਬੋਟ ਦੀ ਤਰ੍ਹਾਂ ਚੱਲਦਾ ਹੈ। ਰੋਬੋਟ ਦੀ ਆਵਾਜ਼ ਬੰਟੂ ਨੂੰ ਬਿਲਕੁਲ ਸਮਝ ਨਹੀਂ ਆਉਂਦੀ। ਤੈਨੂੰ ਕੀ ਹੋ ਗਿਆ ਹੈ ਦੋਸਤ? ਤੂੰ ਗੱਲ ਕਿਉਂ ਨਹੀਂ ਕਰਦਾ ਪਿਆ? ਕੀ ਗੱਲ ਹੋ ਗਈ ਦੋਸਤ? ਕੀ ਤੂੰ ਮੇਰੇ ਨਾਲ ਨਾਰਾਜ਼ ਹੈ? ਰੋਬੋਟ ਦੀ ਆਵਾਜ਼ ਬੰਟੂ ਨੂੰ ਸਮਝ ਹੀ ਨਹੀਂ ਆਉਂਦੀ। ਨਾਰਮਲ ਰੋਬੋਟ ਨੂੰ ਵੇਖ ਕੇ ਬੰਟੂ ਨਾਰਾਜ਼ ਹੋ ਜਾਂਦਾ ਹੈ। ਉਹਨੂੰ ਪਤਾ ਹੀ ਨਹੀਂ ਚੱਲਦਾ ਕਿ ਹੋਇਆ ਕੀ ਹੈ। ਹੌਲੀ-ਹੌਲੀ ਉਹ ਦਾਦੀ ਦੇ ਕੋਲ ਜਾਣਾ ਵੀ ਛੱਡ ਦਿੰਦਾ ਹੈ। ਆਪਣੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦਾ ਹੈ। ਬੰਟੂ ਦੇ ਮੰਮੀ ਡੈਡੀ ਤੇ ਉਹਦੀ ਦਾਦੀ ਉਹਨੂੰ ਬਥੇਰਾ ਮਨਾਉਂਦੇ ਹਨ, ਪਰ ਕੋਈ ਸਮਝ ਹੀ ਨਹੀਂ ਪਾਉਂਦਾ ਕਿ ਉਹਨੂੰ ਹੋਇਆ ਕੀ ਹੈ। हे बाल कृष्ण,
ਤੁਸੀਂ ਮੈਨੂੰ ਇੱਕ ਇੰਨਾ ਚੰਗਾ ਦੋਸਤ ਦਿੱਤਾ ਸੀ ਰੋਬੋਟ ਦੇ ਰੂਪ 'ਚ, ਪਰ ਉਹ ਵੀ ਮੇਰੇ ਕੋਲੋਂ ਦੂਰ ਚਲਾ ਗਿਆ। ਮੈਨੂੰ ਤੁਹਾਡੀਆਂ ਚੰਗੀਆਂ ਚੰਗੀਆਂ ਕਹਾਣੀਆਂ ਸੁਣਾਉਂਦਾ ਸੀ। ਉਹਨੇ ਤਾਂ ਮੈਨੂੰ ਤੁਹਾਡੇ ਵਰਿੰਦਾਵਨ ਦੇ ਦਰਸ਼ਨ ਵੀ ਕਰਾਏ ਸੀ। ਮੈਂ ਉਹਦੇ ਨਾਲ ਬੜਾ ਨਾਰਾਜ਼ ਹਾਂ। ਮੈਂ ਉਹਦੀ ਦੋਸਤੀ ਨਿਭਾਉਣ ਦੇ ਲਈ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ। ਉਸ ਰਾਤ ਬੰਟੂ ਬਿਨਾਂ ਕੁਝ ਖਾਦੇ ਪੀਤੇ ਰੋਂਦੇ ਰੋਂਦੇ ਸੋ ਜਾਂਦਾ ਹੈ ਤੇ ਉਹਦੇ ਸੁਪਨੇ ਵਿੱਚ ਬਾਲ ਕ੍ਰਿਸ਼ਨ ਆਉਂਦੇ ਹਨ। ਬੰਟੂ, ਇਹ ਕੀ ਗੱਲ ਹੋਈ? ਤੂੰ ਤੇ ਖਾਣਾ ਪੀਣਾ ਵੀ ਛੱਡ ਦਿੱਤਾ ਹੈ। ਜਿਵੇਂ ਤੇਰੇ ਮੰਮੀ ਡੈਡੀ ਨੂੰ ਤੇਰੀ ਲੋੜ ਹੈ, ਉਸੇ ਤਰ੍ਹਾਂ ਹੀ ਮਾਂ ਯਸ਼ੋਦਾ ਤੇ ਪੂਰੇ ਵਰਿੰਦਾਵਨ ਨੂੰ ਮੇਰੀ ਲੋੜ ਹੈ। ਬੰਟੂ, ਮੇਰਾ ਜਾਣਾ ਜ਼ਰੂਰੀ ਸੀ, ਇਸੇ ਲਈ ਮੈਂ ਚਲਾ ਗਿਆ। ਪਰ ਬਾਲ ਕ੍ਰਿਸ਼ਨਾ, ਤੁਸੀਂ ਤਾਂ ਮੈਨੂੰ ਕਦੀ ਮਿਲਣ ਹੀ ਨਹੀਂ ਆਏ। ਫਿਰ ਤੁਹਾਨੂੰ ਰੋਬੋਟ ਵਾਲੀ ਗੱਲ ਕਿਵੇਂ ਪਤਾ ਲੱਗੀ? ਮੈਂ ਆਇਆ ਸੀ ਤੇਰੀ ਭਗਤੀ ਤੋਂ ਪ੍ਰਸੰਨ ਹੋ ਕੇ। ਤੇਰੇ ਨਾਲ ਮੱਖਣ ਖਾਦਾ, ਖਾਣਾ ਖਾਦਾ, ਕਹਾਣੀਆਂ ਸੁਣੀਆਂ, ਤੈਨੂੰ ਵਰਿੰਦਾਵਨ ਵੀ ਲੈ ਗਿਆ। ਮੈਂ ਕੁਝ ਸਮਝਿਆ ਨਹੀਂ ਤੂੰ ਜਿਸ ਰੋਬੋਟ ਦੇ ਨਾਲ ਖੇਡਦਾ ਪਿਆ ਸੀ, ਆਪਣਾ ਦੋਸਤ ਸਮਝ ਕੇ ਉਹ ਰੋਬੋਟ ਮੈਂ ਹੀ ਸੀ। ਮੈਂ ਤੇਰੀ ਭਗਤੀ ਤੋਂ ਪ੍ਰਸੰਨ ਹੋ ਕੇ ਤੇਰੇ ਚਾਚਾ ਦੇ ਦਿੱਤੇ ਹੋਏ ਰੋਬੋਟ ਦੇ ਰੂਪ ਵਿੱਚ ਆਇਆ ਸੀ। ਪਰ ਬਾਲ ਕ੍ਰਿਸ਼ਨਾ, ਤੁਸੀਂ ਇੰਨੇ ਦਿਨ ਮੇਰੇ ਨਾਲ ਵੀ ਰਹੇ, ਮੈਨੂੰ ਖੁਸ਼ੀਆਂ ਵੀ ਦਿੱਤੀਆਂ, ਮੇਰੀ ਹਰ ਇੱਛਾ ਪੂਰੀ ਕੀਤੀ, ਪਰ ਤੁਸੀਂ ਮੈਨੂੰ ਬਿਨਾਂ ਦੱਸੇ ਇੱਥੋਂ ਚਲੇ ਗਏ। ਮੈਂ ਤੁਹਾਡੇ ਨਾਲ ਬੜਾ ਨਾਰਾਜ਼ ਹਾਂ। ਮੈਨੂੰ ਤੇ ਲੱਗਦਾ ਸੀ ਇਹ ਕੋਈ ਜਾਦੂਈ ਰੋਬੋਟ ਹੈ। ਤੁਸੀਂ ਮੇਰੇ ਦੋਸਤ ਬਣ ਗਏ, ਪਰ ਮੈਂ ਤੁਹਾਨੂੰ ਉਹ ਪਛਾਣ ਹੀ ਨਹੀਂ ਸਕਿਆ। ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਕਦੀ ਵੀ ਨਾਰਾਜ਼ ਨਹੀਂ ਹੋਵਾਂਗਾ। ਆਪਣੇ ਮੰਮੀ ਡੈਡੀ ਦਾਦੀ ਨੂੰ ਵੀ ਦੁਖੀ ਨਹੀਂ ਕਰਾਂਗਾ। ਬਸ ਇੱਕ ਵਾਰੀ ਆ ਕੇ ਮੈਨੂੰ ਆਪਣਾ ਰੂਪ ਦਿਖਾ ਦਿਓ। ਰੂਪ ਤੇ ਮੈਂ ਤੈਨੂੰ ਵਿਖਾਇਆ ਸੀ। ਮੈਂ ਤੈਨੂੰ ਵਰਿੰਦਾਵਨ ਲੈ ਗਿਆ ਸੀ, ਜਿੱਥੇ ਤੂੰ ਮੇਰੇ ਸਾਰੇ ਦੋਸਤਾਂ ਨੂੰ ਵੀ ਮਿਲਿਆ ਸੀ। ਉੱਥੇ ਤੂੰ ਮੈਨੂੰ ਵੇਖਿਆ ਸੀ। ਨਹੀਂ ਬਾਲ ਕ੍ਰਿਸ਼ਨਾ, ਉਹ ਤੇ ਤੁਸੀਂ ਮੈਨੂੰ ਸੈਰ ਕਰਾਉਣ ਲੈ ਕੇ ਗਏ ਸੀ। ਬਸ ਇੱਕ ਵਾਰੀ ਆਪਣੇ ਦਰਸ਼ਨ ਦੇ ਦਿਓ, ਫਿਰ ਮੈਂ ਕਦੀ ਜ਼ਿੱਦ ਨਹੀਂ ਕਰਾਂਗਾ। ਮੈਂ ਸਮਝਾਂਗਾ ਕਿ ਰੋਬੋਟ ਦੇ ਰੂਪ 'ਚ ਤੁਸੀਂ ਮੇਰੇ ਦੋਸਤ ਹੋ। ਮੇਰੇ ਕੁਝ ਭਗਤ ਬੜੇ ਜ਼ਿੱਦੀ ਹੁੰਦੇ ਨੇ ਤੇ ਉਹਨਾਂ ਦੀ ਜ਼ਿੱਦ ਦੇ ਸਾਹਮਣੇ ਮੈਨੂੰ ਹਾਰਨਾ ਹੀ ਪੈਂਦਾ ਹੈ। ਫਿਕਰ ਨਾ ਕਰ, ਮੈਂ ਬੜੀ ਛੇਤੀ ਤੈਨੂੰ ਮਿਲਣ ਆ ਜਾਵਾਂਗਾ ਬੰਟੂ। ਇੰਨਾ ਕਹਿ ਕੇ ਕ੍ਰਿਸ਼ਨਾ ਸੁਪਨੇ ਵਿੱਚੋਂ ਚਲੇ ਜਾਂਦੇ ਹਨ ਤੇ ਬੰਟੂ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ। ਬੰਟੂ ਸਵੇਰੇ-ਸਵੇਰੇ ਉੱਠ ਕੇ ਜਲਦੀ ਇਸ਼ਨਾਨ ਕਰਕੇ ਬਾਲ ਕ੍ਰਿਸ਼ਨ ਦੀ ਪੂਜਾ ਕਰਦਾ ਹੈ, ਉਹਨਾਂ ਦੀ ਆਰਤੀ ਕਰਦਾ ਹੈ ਤੇ ਆਪਣੀ ਮੰਮੀ ਨੂੰ ਕਹਿੰਦਾ ਹੈ, ਮੈਨੂੰ ਨਾਸ਼ਤਾ ਦੇ ਦਿਓ, ਮੈਨੂੰ ਬੜੀ ਭੁੱਖ ਲੱਗੀ ਹੈ। ਬੰਟੂ ਦੇ ਮੰਮੀ ਡੈਡੀ ਤੇ ਦਾਦੀ ਦੀ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਅਚਾਨਕ ਇਹਦੇ ਵਿੱਚ ਇੰਨੀ ਤਬਦੀਲੀ ਆ ਕਿਸ ਤਰ੍ਹਾਂ ਗਈ। ਨਾਸ਼ਤਾ ਕਰਨ ਤੋਂ ਬਾਅਦ ਉਹ 1-2 ਘੰਟੇ ਪੜ੍ਹਾਈ ਵੀ ਕਰਦਾ ਹੈ ਤੇ ਫੇਰ ਜਾ ਕੇ ਰੋਬੋਟ ਦੇ ਨਾਲ ਖੇਡਦਾ ਹੈ। ਕੁਝ ਦਿਨ ਬੀਤਣ ਦੇ ਬਾਅਦ ਇੱਕ ਰਾਤ ਬੰਟੂ ਨੀਂਦ ਵਿੱਚ ਹੁੰਦਾ ਹੈ ਤੇ ਬੰਟੂ ਨੂੰ ਆਵਾਜ਼ ਆਉਂਦੀ ਹੈ, ਉੱਠ ਜਾ ਬੰਟੂ, ਖੇਡਣਾ ਨਹੀਂ ਹੈ। ਅੱਜ ਅਸੀਂ ਗਿੱਲੀ ਡੰਡਾ ਖੇਡਾਂਗੇ। ਆਜਾ, ਬੜਾ ਮਜ਼ਾ ਆਊਗਾ। ਰੋਬੋਟ, ਮੇਰਾ ਮਤਲਬ ਬਾਲ ਕ੍ਰਿਸ਼ਨ, ਤੁਸੀਂ ਆ ਗਏ। ਰੋਬੋਟ ਆਪਣੇ ਮੂੰਹ ਉੱਪਰ ਉਂਗਲੀ ਰੱਖ ਕੇ ਕਹਿੰਦਾ ਹੈ, ਹੌਲੀ ਹੌਲੀ 1 2 3, ਕਿਸੇ ਨੂੰ ਪਤਾ ਨਾ ਚੱਲੇ ਕਿ ਮੈਂ ਇੱਥੇ ਆਇਆ ਹਾਂ। ਮੈਂ ਮਾਂ ਯਸ਼ੋਦਾ ਕੋਲੋਂ ਲੁਕ ਕੇ ਤੈਨੂੰ ਮਿਲਣ ਆਇਆ ਹਾਂ। ਬੰਟੂ ਦੇ ਮਨਾਉਣ ਦੇ ਬਾਅਦ ਬਾਲ ਕ੍ਰਿਸ਼ਨਾ ਆਪਣਾ ਰੋਬੋਟ ਦਾ ਰੂਪ ਛੱਡ ਕੇ ਬਾਲ ਕ੍ਰਿਸ਼ਨ ਦੇ ਅਸਲੀ ਰੂਪ ਵਿੱਚ ਆ ਜਾਂਦੇ ਹਨ ਤੇ ਬੰਟੂ ਦੇ ਨਾਲ ਗੱਲਾਂ ਕਰਨ ਲੱਗ ਪੈਂਦੇ ਹਨ। ਵੇਖਿਆ ਬੰਟੂ, ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ, ਪਰ ਮੈਂ ਹਮੇਸ਼ਾ ਇਸ ਤਰ੍ਹਾਂ ਨਹੀਂ ਕਰ ਸਕਦਾ। ਜਦੋਂ ਵੀ ਮੈਨੂੰ ਦਿਲੋਂ ਆਵਾਜ਼ ਮਾਰੇਗਾ, ਮੈਂ ਰੋਬੋਟ ਦੇ ਰੂਪ ਵਿੱਚ ਤੇਰੇ ਕੋਲ ਆ ਜਾਵਾਂਗਾ। ਪਰ ਯਾਦ ਰੱਖੀ, ਮੈਂ ਹਮੇਸ਼ਾ ਨਹੀਂ ਆ ਸਕਦਾ। ਬਸ ਤੈਨੂੰ ਖੁਸ਼ ਰਹਿਣਾ ਪਵੇਗਾ। ਤੂੰ ਵਾਅਦਾ ਕਰ। ਹਾਂ ਹਾਂ ਬਾਲ ਕ੍ਰਿਸ਼ਨਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਕਦੀ ਵੀ ਜ਼ਿੱਦ ਨਹੀਂ ਕਰਾਂਗਾ। ਤੁਸੀਂ ਮੇਰੀ ਗੱਲ ਦਾ ਮਾਨ ਰੱਖਿਆ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਉਸ ਦਿਨ ਦੇ ਬਾਅਦ ਤੋਂ ਜਦੋਂ ਵੀ ਬੰਟੂ ਦਿਲੋਂ ਆਵਾਜ਼ ਮਾਰਦਾ ਸੀ, ਬਾਲ ਕ੍ਰਿਸ਼ਨਾ ਉਹਨੂੰ ਮਿਲਣ ਆ ਜਾਂਦੇ ਸੀ ਤੇ ਰੋਬੋਟ ਦੇ ਰੂਪ ਵਿੱਚ ਉਹਦੇ ਨਾਲ ਖੇਡਦੇ ਵੀ ਸੀ। ਬੰਟੂ ਨੇ ਬੜੇ ਹੀ ਪਿਆਰ ਨਾਲ ਰੋਬੋਟ ਨੂੰ ਸੰਭਾਲ ਕੇ ਰੱਖਿਆ ਸੀ, ਹਮੇਸ਼ਾ ਆਪਣੇ ਨਾਲ ਹੀ ਲੈ ਕੇ ਸੌਂਦਾ ਸੀ। ਖਾਣਾ ਖਾਂਦੇ ਵੇਲੇ ਵੀ ਉਹਨੂੰ ਆਪਣੇ ਸਾਹਮਣੇ ਹੀ ਰੱਖਦਾ ਸੀ ਤੇ ਇਸ ਤਰ੍ਹਾਂ ਬੰਟੂ ਦੀ ਇੱਛਾ ਪੂਰੀ ਹੋ ਗਈ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੇ ਅਸੀਂ ਕਿਸੇ ਨੂੰ ਦਿਲੋਂ ਯਾਦ ਕਰੀਏ, ਉਹਨੂੰ ਮਿਲਣ ਦੀ ਤਾਂਘ ਰੱਖੀਏ, ਫੇਰ ਉਹ ਭਾਵੇਂ ਭਗਵਾਨ ਹੀ ਕਿਉਂ ਨਾ ਹੋਵੇ, ਉਹ ਸਾਨੂੰ ਜ਼ਰੂਰ ਮਿਲਦਾ ਹੈ। ਬਸ ਸਾਡੀ ਸ਼ਰਧਾ ਸੱਚੀ ਹੋਣੀ ਚਾਹੀਦੀ ਹੈ।